सरपंच साहब खाली करो जी 31 तरीक तो पहला नहीं जी मैं मौजूदा सरपंच खड़ा मैं आप दे हत्थी आप काम कराऊंगा मैं नहीं आप तूड़ी वगैरह जड़ी मैं इत्थे जिद्दे मैनू पता जिद्दे कुछ होना उद्दे मैं बेला कराऊंगा नहीं उधर नहीं बेला होना 31 तरीक तो पहला कोई गल नहीं मैं इत्थे आप हत्थी काम कराउणा है एक मिनट तू ये बंद कर इनू बंद कर ये क्यों बंद कर रहे चलो ये क्यों 31 तरीक तक खाली करो पहले कैमरा बंद कर भज के क्यों जा रहे हो खड़ो इत्थे भजे क्यों जा रहे हो जल्दी ना लग जाओ काद नहीं करना है ਤੁਸੀਂ ਇਹ ਦੇਖੋ ਜੀ ਪਿੰਡ ਦੇ ਸਰਪੰਚ ਨੂੰ ਸਿਰਫ ਆਹ ਜਿਹੜੀ ਆਪਣਾ ਪਸ਼ੂ ਡਿਸਪੈਂਸਰੀ ਸੀ ਇਹਦੇ ਵਿੱਚੋਂ ਜਿਹੜਾ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸਿਰਫ ਇਹ ਖਾਲੀ ਕਰਨ ਲਈ ਇਹਨਾਂ ਨੂੰ ਕਿਹਾ ਤੇ ਉੱਧਰ ਦੇਖੋ ਤੇ ਦੇਖੋ ਤੁਸੀਂ ਆਪਣਾ ਇਹ ਡਾਂਗਾ ਛੋਟੇ ਆ ਦੇਖੋ ਆ ਦੇਖੋ ਇਹ ਡਾਂਗਾ ਛੋਟੇ ਕੱਢ ਕੇ ਨੀਚੇ ਆ ਰਹੇ ਨੇ ਕਿੰਨੇ ਖੜੇ ਆ ਮੇਰਾ ਘਰ ਬਾਰ ਢੋਣ ਆ ਕੇ ਮੈਨੂੰ ਧੱਕਾ ਦਿੰਦਾ ਮੈਂ ਕਿੱਥੇ ਨੂੰ ਜਾਵਾਂ ਗਰੀਬ ਬੰਦਾ ਮੈਨੂੰ ਖੜੇ ਆ ਕੇ ਢੋਣ ਲੱਗ ਗਏ ਆ ਡਾਂਗਾ ਆ ਪਿੰਡ ਦੇ ਲੋਕ ਵੀ ਆ ਨਾਲ ਉਹ ਤੂੰ ਨਜਾਇਜ਼ ਕਰਦਾ ਨਜਾਇਜ਼ ਮੈਂ ਨਜਾਇਜ਼ ਕਰਦਾ ਤੂੰ ਬੈਠਾ ਸਰਪੰਚ ਬੈਠਾ ਮੈਨੂੰ ਪਤਾ ਜਿੱਥੋਂ ਕੋ ਮਿਲਣਾ ਮੇਰਾ ਯਾਰ ਆ ਕਰ ਯਾਰ ਤੈਨੂੰ ਕੀ ਨੇ ਕੁਛ ਕਿਹਾ ਮੈਨੂੰ ਧੱਕਾ ਕਰੀ ਜਾਂਦਾ ਮੈਂ ਕਿੱਧਰ ਜਾਵਾਂ ਮੈਨੂੰ ਘਰੇ ਆ ਤੋਂ ਮੈਨੂੰ ਖੜੀ ਆ ਜਿਹੜਾ ਕਿ ਅੱਜ ਮੇਰੀ ਬਾਹ ਫੜੋ ਮੈਂ ਗਰੀਬ ਬੰਦਾ ਮੈਂ ਕਿੱਥੇ ਜਾਵਾਂ ਮੇਰਾ ਘਰ ਢਾਉਣਾ ਮੇਰੇ ਨਾਲ ਧੱਕਾ ਹੋ ਰਿਹਾ ਉਧਰ ਗੱਲ ਕਰੋ ਭਰਾਵਾ ਮੇਰੀ ਗੱਲ ਸੁਣੋ ਆ ਕੇ ਪਿੰਡ ਦੇ ਲੋਕਾਂ ਸਰਪੰਚਾਂ ਨੂੰ ਵਾਰਦਾ ਮੇਰੇ ਨਾਲ ਧੱਕਾ ਹੋ ਰਿਹਾ ਮੈਂ ਕਿੱਧਰ ਜਾਵਾਂ ਇਹ ਦੇਖੋ ਮੋਠਾ ਵਾਲੀ ਦੇ ਸਰਪੰਚ ਆ ਜੀ ਸਰਕਾਰੀ ਡਿਸਪੈਂਸਰੀ ਤੇ ਇਹਨਾਂ ਨੇ ਆਪਣੀਆਂ ਤੂੜੀ ਦੀਆਂ ਜਿਹੜੀਆਂ ਹੈਗੀਆਂ ਨੇ ਤੂੜੀ ਰੱਖੀ ਹੋਈ ਆਪਣੀਆਂ ਪੱਥੀਆਂ ਹੋਈਆਂ ਨੇ ਤੇ ਉੱਥੇ ਆਪਣੇ ਪਸ਼ੂਆਂ ਲਈ ਕਿੱਲੇ ਕੱਢੇ ਗਏ ਆ ਜਦੋਂ ਇਹਨਾਂ ਨੂੰ ਸਰਕਾਰੀ ਜ਼ਮੀਨ ਖਾਲੀ ਕਰਨ ਲਈ ਕਿਹਾ ਤੇ ਹਾਂਜੀ ਅੱਜ ਪਿੰਡ ਮੋਠਾ ਵਾਲੀ ਤੋਂ ਕਾਫੀ ਦਿਨਾਂ ਤੋਂ ਮੇਰੇ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਵਲੰਟੀਅਰ ਸੀਗੇ ਉਹ ਆ ਰਹੇ ਸੀਗੇ ਉਹਨਾਂ ਦੀ ਕੰਪਲੇਂਟ ਸੀਗੀ ਕਿ ਜਿਹੜੀ ਸੜਕ ਦੀ ਹਾਲਤ ਹੈ ਬਹੁਤ ਖਰਾਬ ਹੈ ਸੋ ਅਸੀਂ ਜੇਈ ਸਾਹਿਬ ਨੂੰ ਕਹਿ ਕੇ ਉੱਥੇ ਪ੍ਰੀ ਮਿਕਸ ਦਾ ਕੰਮ ਸਟਾਰਟ ਕਰਵਾਇਆ ਮੋਠਾ ਵਾਲੀ ਤੋਂ ਲੈ ਕੇ ਸਿੰਘਾ ਵਾਲੇ ਤੱਕ ਜਿਹੜੀ ਸੀਗੀ ਅੱਜ ਪ੍ਰੀ ਮਿਕਸ ਪਾ ਰਹੇ ਸੀਗੇ ਸੋ ਪਹਿਲਾਂ ਹੀ ਸਰਪੰਚ ਸਾਹਿਬ ਉੱਥੇ ਜ਼ਬਰਦਸਤੀ ਉਹਨਾਂ ਦੇ ਕੋਲ ਜੇਈ ਸਾਹਿਬ ਕੋਲ ਗਏ ਉੱਥੇ ਉਦੋਂ ਵੀ ਇਹਨਾਂ ਨੇ ਕਾਫੀ ਜਿਹੜਾ ਹੈਗਾ ਵਿਘਨ ਪਾਇਆ ਉਹਦੇ ਵਿੱਚ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਉੱਥੇ ਗਏ ਚੈੱਕ ਕਰਨ ਦੇ ਲਈ ਜਿਹੜਾ ਪ੍ਰੀ ਮਿਕਸ ਪਾ ਰਹੇ ਸੀਗੇ ਜੇਈ ਸਾਹਿਬ ਤੇ ਪਿੰਡ ਵਾਲਿਆਂ ਦੇ ਉਹ ਸੜਕ ਦਾ ਉਦਘਾਟਨ ਕਰਨ ਦੇ ਲਈ ਪਿੰਡ ਵਾਲਿਆਂ ਨੇ ਮੈਨੂੰ ਕਿਹਾ ਕਿ ਮੈਮ ਸਾਡੇ ਪਿੰਡ ਦੇ ਵਿੱਚ ਨਾ ਜਿਹੜੀ ਸਰਕਾਰੀ ਡਿਸਪੈਂਸਰੀ ਹੈ ਪਸ਼ੂਆਂ ਦੀ ਡਿਸਪੈਂਸਰੀ ਬਣੀ ਸੀਗੀ ਕਿ ਉੱਥੇ ਪਿੰਡ ਦੇ ਸਰਪੰਚ ਵੱਲੋਂ ਜਿਹੜੇ ਪਹਿਲਾਂ ਕਾਂਗਰਸ ਸੀ ਹੁਣ ਉਹ ਬੀਜੇਪੀ ਦੇ ਵਿੱਚ ਆ ਗਏ ਸੀਗੇ ਇਲੈਕਸ਼ਨ ਟਾਈਮ ਕਿ ਉਹ ਬੀਜੇਪੀ ਦੇ ਸਰਪੰਚ ਹੈ ਉਹ ਉਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੋ ਅਸੀਂ ਜਦੋਂ ਦੇਖਣ ਗਏ ਡਿਸਪੈਂਸਰੀ ਤਾਂ ਉੱਥੇ 2 ਕਮਰੇ ਬਣੇ ਹੋਏ ਆ ਜੀ 2 ਕਮਰਿਆਂ ਦੇ ਵਿੱਚ ਸਰਪੰਚ ਨੇ ਆਪਣੀ ਤੂੜੀ ਭਰੀ ਹੋਈ ਸੀਗੀ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਤੂੜੀ ਦੇ ਕੁੱਪ ਲਗਾਏ ਹੋਏ ਆ ਉੱਥੇ ਜਿਹੜਾ ਗਰਾਊਂਡ ਹੈ ਡਿਸਪੈਂਸਰੀ ਦੇ ਅੱਗੇ ਉੱਥੇ ਇਹਨਾਂ ਨੇ ਪੱਥੀਆਂ ਹੋਈਆਂ ਪਸ਼ੂਆਂ ਦੇ ਲਈ ਕਿੱਲੇ ਬੰਨੇ ਹੋਏ ਆ ਸਭ ਤੋਂ ਵੱਡੀ ਗੱਲ ਹੈ ਕਿ ਜੀ ਇਹਨਾਂ ਨੇ ਆਪਣੇ ਘਰ ਦਾ ਦਰਵਾਜ਼ਾ ਜਿਹੜਾ ਹੈਗਾ ਸਰਕਾਰੀ ਡਿਸਪੈਂਸਰੀ ਦੇ ਵਿੱਚ ਕੱਢਿਆ ਹੋਇਆ ਜੋ ਕਿ ਬਿਲਕੁਲ ਹੀ ਇਲੀਗਲ ਹੈ ਐਂਡ ਜਿਹੜਾ ਡਿਸਪੈਂਸਰੀ ਦਾ ਬਰਾਂਡਾ ਹੈ ਉੱਥੇ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਹੈਗੇ ਆ ਉਹ ਰਹਿੰਦੇ ਆ ਉੱਥੇ ਸੌਂਦੇ ਆ ਕਮਰਿਆਂ ਦੇ ਵਿੱਚ ਵੀ ਕਮਰੇ ਵੀ ਇਹਨਾਂ ਨੇ ਆਪਣੇ ਪਰਸਨਲ ਲੌਕ ਲਗਾਏ ਹੋਏ ਆ ਉੱਥੇ ਸੋ ਜਦੋਂ ਅਸੀਂ ਸਰਪੰਚ ਸਾਹਿਬ ਆਏ ਫਿਰ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਰਪੰਚ ਸਾਹਿਬ ਜਿਹੜਾ ਤੁਸੀਂ ਸਰਕਾਰੀ ਡਿਸਪੈਂਸਰੀ ਤੇ ਕਬਜ਼ਾ ਕੀਤਾ 31 ਤਰੀਕ ਤੱਕ ਜਿਹੜਾ ਹੈਗਾ ਤੁਸੀਂ ਇਹ ਖਾਲੀ ਕਰ ਦਿਓ ਇਹਨੂੰ ਅਸੀਂ ਡਿਸਪੈਂਸਰੀ ਬਣਾਈਏ ਜਾਂ ਅਸੀਂ ਇੱਥੇ ਕੋਈ ਸੈਂਟਰ ਬਣਾਈਏ ਜਾਂ ਬੱਚਿਆਂ ਦੇ ਲਈ ਇੱਥੇ ਅਸੀਂ ਜਿਹੜਾ ਪਲੇਗਰਾਊਂਡ ਬਣਾਈਏ ਜਿਹੜਾ ਜਿਮ ਦਾ ਸਮਾਨ ਆਇਆ ਹੋਇਆ ਪਿੰਡ ਵਾਲਿਆਂ ਨੇ ਦੱਸਿਆ ਕਿ ਉਹ ਵੀ ਜਿਹੜਾ ਹੈਗਾ ਉਹ ਇੱਥੇ ਯੂਜ਼ ਕਰ ਸਕਦੇ ਇੱਕ ਪਾਰਕ ਬਣਾ ਕੇ ਓਪਨ ਜਿਮ ਬਣਾ ਸਕਦੇ ਆ
ਸੋ ਉਹ ਜਿਹੜੇ ਸੀਗੇ ਮਿਸਬਿਹੇਵ ਕਰਨ ਲੱਗੇ, ਕਹਿੰਦੇ ਕਿ ਮੈਂ ਪਿੰਡ ਦਾ ਸਰਪੰਚ ਆ, ਮੈਂ ਦੇਖੂੰਗਾ, ਮੇਰੇ ਤੋਂ ਕੋਈ ਕਬਜ਼ਾ ਨਹੀਂ ਛੁਡਾ ਸਕਦਾ, ਮੈਂ ਬੀਜੇਪੀ ਦਾ ਸਰਪੰਚ ਆ, ਮੈਂ ਹਰਜੋਤ ਕਮਲ ਜੀ ਦੇ ਨਾਲ ਗੱਲ ਕਰੂੰਗਾ, ਇਹ ਕਬਜ਼ਾ ਮੇਰੇ ਤੋਂ ਤੁਸੀਂ ਕੋਈ ਨਹੀਂ ਹੁੰਦੇ ਹੈਗੇ ਆਮ ਆਦਮੀ ਪਾਰਟੀ ਵਾਲੇ ਮੇਰੇ ਤੋਂ ਕਬਜ਼ਾ ਛੁਡਾਉਣ ਵਾਲੇ, ਇਹ ਮੈਂ ਦੇਖੂੰਗਾ ਕਿ ਮੈਂ ਕਰਨਾ ਕਿ ਨਹੀਂ ਕਰਨਾ। ਸੋ ਉਸ ਤੋਂ ਬਾਅਦ ਉਹਨਾਂ ਨੇ ਅਸੀਂ ਕਿਹਾ ਕਿ ਨਹੀਂ ਇਹਦੇ ਵਿੱਚ ਕੋਈ ਪਾਰਟੀਬਾਜ਼ੀ ਦਾ ਕੋਈ ਕੰਮ ਨਹੀਂ, ਨਾ ਬੀਜੇਪੀ ਦਾ ਨਾ ਹਰਜੋਤ ਕਮਲ ਜੀ ਦਾ, ਇਹ ਸਰਕਾਰ ਦੀਆਂ ਇਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਦੀ ਸਖਤ ਹਦਾਇਤਾਂ ਨੇ ਸਾਡੇ ਮੰਤਰੀ ਸਾਹਿਬ ਦੀਆਂ ਕਿ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਤੁਸੀਂ ਸਰਕਾਰੀ ਜ਼ਮੀਨਾਂ ਤੇ ਪੰਚਾਇਤੀ ਜ਼ਮੀਨਾਂ ਤੇ ਉਹ ਤੁਹਾਨੂੰ ਛੱਡਣੇ ਪੈਣਗੇ। ਹੁਣ ਚਾਹੇ ਤੁਸੀਂ ਪਿੰਡ ਦੇ ਸਰਪੰਚ ਹੋ, ਚਾਹੇ ਕੋਈ MP ਹੈ, ਚਾਹੇ ਕੋਈ CM ਰਿਹਾ ਹੋਇਆ, ਐਕਸ CM ਹੈ, ਚਾਹੇ ਕੋਈ ਐਕਸ MLA ਹੈ, ਜਿਨ੍ਹਾਂ ਨੇ ਵੀ ਨਜਾਇਜ਼ ਕਬਜ਼ੇ ਕੀਤੇ ਹੋਏ ਆ ਸਾਰਿਆਂ ਨੂੰ ਛੱਡਣੇ ਪੈਣਗੇ। ਸਰਪੰਚ ਸਾਹਿਬ ਇਹ ਤੁਹਾਨੂੰ ਛੱਡਣੀ ਪੈਣੀ ਹੈ। ਐਂਡ ਉਹ ਜਾ ਕੇ ਡਾਂਗਾ ਕੱਢ ਲਿਆਏ ਜੀ ਆਪਣੇ ਘਰੋਂ ਜਾ ਕੇ, ਕਹਿੰਦੇ ਕਿ ਦੇਖੋ ਮੇਰੇ ਘਰ ਜਲਾਉਣ ਆਏ ਆ, ਮੇਰੇ ਘਰ ਨੂੰ ਅੱਗ ਲਾਉਣ ਆਏ ਆ ਇਹ। ਸੋ ਆ ਜੋ ਤੁਸੀਂ ਉਹਨਾਂ ਦੇ ਬੱਚੇ ਸਰਪੰਚ ਸਾਹਿਬ ਆਪ ਡਾਂਗਾ ਲੈ ਕੇ ਆ ਗਏ ਬਾਹਰ ਸਾਨੂੰ ਮਾਰਨ ਦੇ ਲਈ। ਸੋ ਫਿਰ ਅਸੀਂ ਪੁਲਿਸ ਨੂੰ ਕਾਲ ਕੀਤੀ। ਸੋ ਹੁਣ ਜਿਹੜੀ ਬਣਦੀ ਕਾਰਵਾਈ ਆ ਉਹਨਾਂ 'ਤੇ ਕੀਤੀ ਜਾਏਗੀ, ਪਰ ਇੱਦਾਂ ਦੀ ਗੁੰਡਾਗਰਦੀ ਤੋਂ ਅਸੀਂ ਡਰਨ ਵਾਲੇ ਹੈ ਨਹੀਂਗੇ। ਸੋ ਸਾਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੋ। ਜਿਹੜੀ ਹਾਂਜੀ ਅਸੀਂ ਪੁਲਿਸ ਨੂੰ ਕਾਲ ਕੀਤੀ ਐਂਡ ਪੁਲਿਸ ਉੱਥੇ ਆ ਗਈ ਸੀਗੇ। ਹਾਂਜੀ ਉਹ ਸਰਪੰਚ ਸੀਗੇ, ਜਿਹੜੇ ਸਰਪੰਚ ਸਾਹਿਬ ਤਾਂ ਭੱਜ ਗਏ ਆ। ਨਾਮ ਕੀ ਸਰਪੰਚ? ਪਿੰਡ ਦੇ ਸਰਪੰਚ ਦਾ ਨਾਮ ਕੀ ਹੈ? ਹਰਨੇਕ ਸਿੰਘ। ਹਾਂਜੀ ਉਹ ਤਾਂ ਸਰਪੰਚ ਤਾਂ ਖੁਦ ਭੱਜ ਗਏ ਉੱਥੋਂ, ਕਿਉਂਕਿ ਪੁਲਿਸ ਕਾਫੀ ਲੇਟ ਪਹੁੰਚੀ ਉੱਥੇ, 50 ਮਿੰਟ ਬਾਅਦ ਪੁਲਿਸ ਆਈ ਹੈ। ਸੋ ਸਰਪੰਚ ਉੱਥੋਂ ਭੱਜ ਗਏ ਸੀ, ਉਹਨਾਂ ਦਾ ਬੇਟਾ, ਉਹਨਾਂ ਦੀ ਬੇਟੀ ਤੇ ਜਿਹੜੇ ਹੋਰ ਉੱਥੇ ਅਕਿਊਜ਼ ਸੀਗੇ ਉਹ ਸਾਰੇ ਜਿਹੜੇ ਹੈਗੇ ਆ ਉਹਨਾਂ ਨੂੰ ਪੁਲਿਸ ਲੈ ਕੇ ਆਈ ਹੈ ਅਤੇ ਉਹ ਮੰਨ ਵੀ ਗਏ ਆ ਕਿ ਅਸੀਂ ਮਾਰਨ ਲਈ ਇਹਨਾਂ ਨੂੰ ਡਾਂਗਾ ਲੈ ਕੇ ਆਏ ਸੀਗੇ। ਸੋ ਹੁਣ ਸੌਰੀ ਫੀਲ ਕਰ ਰਹੇ ਸੀਗੇ, ਬਟ ਇੱਦਾਂ ਤਾਂ ਜਿਹੜਾ ਕਾਨੂੰਨ ਦੀਆਂ ਤੁਸੀਂ ਧੱਜੀਆਂ ਉਡਾ ਰਹੇ ਹੋ। ਵੀ ਤੁਸੀਂ ਇੱਕ ਲੋਕਾਂ ਦੇ ਇੱਕ ਸਮਾਜ ਕੰਮ ਕਰਨ ਵਾਸਤੇ ਗਏ, ਸੜਕ ਬਣਾਉਣ ਗਏ ਸੀਗੇ ਔਰ ਉੱਥੇ ਗੁੰਡਾਗਰਦੀ ਕੀਤੀ ਗਈ ਤੁਹਾਡੇ ਨਾਲ। ਬਿਲਕੁਲ ਜੀ, ਦੇਖੋ ਗੁੰਡਾਗਰਦੀ ਹੋਈ ਹੈ ਇਹ। ਅਗਰ ਤੁਸੀਂ ਬੀਜੇਪੀ ਦੇ ਵੱਲੋਂ ਹੁਣ ਸਰਪੰਚ ਹੋ ਤਾਂ ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਕਾਨੂੰਨ ਦੀਆਂ ਧੱਜੀਆਂ ਉਡਾ ਦੋਗੇ, ਤੁਸੀਂ ਸਰਕਾਰੀ ਕਬਜ਼ੇ ਕਰਕੇ ਰੱਖੋਗੇ। ਸੋ ਇਹ ਬਿਲਕੁਲ ਨਹੀਂ ਚੱਲਣ ਦਿੱਤਾ ਜਾਏਗਾ, ਚਾਹੇ ਉਹ ਆਮ ਆਦਮੀ ਪਾਰਟੀ ਦਾ, ਚਾਹੇ ਉਹ ਕਾਂਗਰਸ ਦਾ, ਚਾਹੇ ਉਹ ਬੀਜੇਪੀ ਤੋਂ ਕਿਸੇ ਵੀ ਪੋਲੀਟੀਕਲ ਪਾਰਟੀ ਤੋਂ ਬਿਲੋਂਗ ਕਰਦਾ ਹੋਵੇ। ਪਰ ਉਹ ਜਿਹੜੇ ਗਲਤ ਕੰਮ ਹੈਗੇ ਆ ਉਹਨਾਂ ਨੇ ਆਪਣੀ ਜੀ ਜਿਹੜੀਆਂ ਟਾਈਲਾਂ ਗਲੀਆਂ ਦੇ ਵਿੱਚ ਲੱਗਣੀਆਂ ਸੀ ਉਹਨਾਂ ਦੇ ਘਰ 'ਚ ਪਈਆਂ ਨੇ। ਇੱਕ ਸੋਲਰ ਜਿਹੜੀ ਮੋਟਰ ਹੈਗੀ ਆ ਉਹ ਉਹਨਾਂ ਨੇ ਆਪਣੇ ਘਰ 'ਚ ਰੱਖੀ ਹੋਈ ਹੈ। ਜਿਹੜਾ ਸਰੀਆ ਹੈਗਾ, ਸੀਮੈਂਟ ਹੈਗਾ, ਉਹ ਉਹਨਾਂ ਨੇ ਜ਼ਬਰਦਸਤੀ ਆਪਣੇ ਘਰ ਰੱਖਿਆ ਹੋਇਆ। ਉਹਨਾਂ ਦੇ ਘਰ ਦੇ ਵਿੱਚ 5 ਉਹਨਾਂ ਦੇ ਘਰ ਦੇ ਜਿਹੜੇ ਮੈਂਬਰ ਆ ਉਹਨਾਂ ਦਾ ਨਰੇਗਾ ਦੇ ਵਿੱਚ ਨਾਮ ਪਵਾ ਕੇ ਉਹ ਪੈਸੇ ਲੈ ਰਹੇ ਆ ਉਹ। ਸੋ ਅਗਰ ਤੁਸੀਂ ਸਰਪੰਚ ਬਣ ਗਏ ਇਹਦਾ ਮਤਲਬ ਇਹ ਨਹੀਂਗਾ ਕਿ ਤੁਹਾਡੇ ਕੋਲ ਕੋਈ ਪਾਵਰ ਆ ਗਈ ਹੈ ਅਤੇ ਤੁਸੀਂ ਉਹਦਾ ਮਿਸਯੂਜ਼ ਕਰੋਗੇ ਅਤੇ ਆਮ ਲੋਕਾਂ ਦੇ ਜਿਹੜੇ ਹੈਗੇ ਆ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਏਗੀ। ਸਾਡੀ ਆਮ ਆਦਮੀ ਪਾਰਟੀ ਸਰਕਾਰ ਦੇ ਬਹੁਤ ਹੀ ਸਾਡੇ ਸਾਫ ਸੁਥਰੇ ਸਾਡੇ ਹੈਗੇ ਆ ਕਿ ਕੋਈ ਵੀ ਜਿਹੜੇ ਗਲਤ ਕੰਮ ਹੈ ਅਸੀਂ ਹੋਣ ਨਹੀਂ ਦੇਵਾਂਗੇ। ਐਕਚੁਅਲੀ ਜੀ ਸਾਨੂੰ ਇਹਦੇ ਸੰਬੰਧ 'ਚ ਸਾਨੂੰ ਫੋਨ ਆਇਆ ਸੀਗਾ MLA ਸਾਹਿਬ ਦੇ PA ਦਾ। ਅਸੀਂ ਜੀ ਇੱਥੇ ਤੁਰੰਤ ਅਸੀਂ ਮੌਕੇ 'ਤੇ ਪਹੁੰਚੇ ਹਾਂ। ਮੌਕੇ 'ਤੇ ਪਹੁੰਚ ਕੇ ਸਿਚੁਏਸ਼ਨ ਨੂੰ ਹੈਂਡਲ ਕੀਤਾ ਅਤੇ ਗੱਲ ਜਿਹੜੀ ਹੁਣ ਤੱਕ ਸਾਹਮਣੇ ਆਈ ਉਹ ਇਹ ਆਈ ਹੈ ਕਿ ਉੱਥੇ MLA ਸਾਹਿਬ ਰਿਕੁਐਸਟ ਕਰਨ ਗਏ ਸੀਗੇ ਆਪਣੇ ਵੀ ਜਿਹੜੀਆਂ ਪੰਚਾਇਤੀ ਕੋਈ ਸਰਕਾਰੀ ਜ਼ਮੀਨਾਂ ਜਿਹੜੀਆਂ ਕਿਸੇ ਦੇ ਕਬਜ਼ੇ ਜਾਂ ਪਿਛਲੇ ਕਾਫੀ ਟਾਈਮ ਤੋਂ, ਉਹਦੇ ਸੰਬੰਧ 'ਚ ਇੱਕ ਡਿਸਪੈਂਸਰੀ ਹੈ ਮੋਠਾ ਵਾਲੀ ਪਿੰਡ, ਉਹ ਡਿਸਪੈਂਸਰੀ ਦੇ ਸੰਬੰਧ 'ਚ ਗਏ ਸੀ। ਅੱਗਿਓਂ ਸਾਨੂੰ ਜਿਹੜੀ ਇਨਫੋਰਮੇਸ਼ਨ ਇਹ ਹੈ ਕਿ ਅੱਗੇ ਉਹਦਾ ਸਰਪੰਚ ਜਿਹੜਾ ਮੌਜੂਦਾ ਉਹ ਅਤੇ ਉਹਦੀ ਫੈਮਿਲੀ ਨੇ ਆਪਣੇ MLA ਸਾਹਿਬ ਨਾਲ ਕੋਈ ਬਦਤਮੀਜ਼ੀ ਕੀਤੀ ਹੈ, ਕੋਈ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਨੂੰ ਵੈਰੀਫਾਈ ਕੀਤਾ ਜਾ ਰਿਹਾ ਜਿਹਦੇ ਫੈਕਟਸ ਨੂੰ ਸਾਰਿਆਂ ਨੂੰ। ਅਤੇ ਜਿਹੀ ਜੀ ਅੱਗੇ ਗੱਲ ਸਾਹਮਣੇ ਆ ਰਹੀ ਹੈ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਊਗੀ। ਅਤੇ ਬਾਕੀ ਇਨਫੋਰਮੇਸ਼ਨ ਉਸ ਤੋਂ ਬਾਅਦ ਤੁਹਾਨੂੰ ਕੁਛ ਰਾਉਂਡ ਅਪ ਕੀਤੇ ਬੰਦੇ ਜੀ ਉੱਥੋਂ ਤੁਹਾਡੇ ਵੱਲੋਂ? ਰਾਉਂਡ ਅਪ ਸਰ ਇੱਕ ਤਾਂ ਸਤਨਾਮ ਸਿੰਘ ਮੌਕੇ ਤੋਂ ਹੈ, ਇੱਕ ਹਰਪ੍ਰੀਤ ਕੌਰ ਹੋਈ ਹੈ, ਬਾਕੀ ਬੰਦੇ ਮੌਕੇ 'ਤੇ ਮੌਜੂਦ ਨਹੀਂ ਸੀ। ਇਹ 2 ਬੰਦੇ ਰਾਉਂਡ ਅਪ ਹੋਏ ਨੇ। ਇਹ ਇਹਨਾਂ ਦੇ ਸਰਪੰਚ ਸਾਹਿਬ ਨਾਲ ਕੋਈ ਰਿਲੇਸ਼ਨ ਹੈ ਜੀ, ਫੈਮਿਲੀ ਮੈਂਬਰ ਹੈ ਕਿੱਦਾਂ? ਇਹ ਸਰ ਇਹਨਾਂ ਦੇ ਫੈਮਿਲੀ ਮੈਂਬਰ ਹੀ ਨੇ, ਇਹਨਾਂ ਦੇ ਭਤੀਜਾ ਜਾਂ ਬੇਟਾ ਇੱਦਾਂ ਨੇ। ਉਹ ਵੈਰੀਫਾਈ ਹੋ ਰਿਹਾ ਸਾਰਾ ਕੁਝ, ਹੁਣੀ ਗੱਲ ਹੋਈ ਸਾਰੀ। ਸਰਪੰਚ ਸਾਹਿਬ ਖਾਲੀ ਕਰੋ ਜੀ 31 ਤਰੀਕ ਤੋਂ ਪਹਿਲਾਂ। ਨਹੀਂ ਜੀ, ਮੈਂ ਮੌਜੂਦਾ ਸਰਪੰਚ ਖੜਾ, ਮੈਂ ਆਪਦੇ ਹੱਥੀਂ ਆਪ ਕੰਮ ਕਰਾਉਂਗਾ। ਮੈਂ ਨਹੀਂ ਆਪ ਤੂੜੀ ਵਗੈਰਾ ਜਿਹੜੀ ਮੈਂ ਇੱਥੇ ਜਿੱਦੇ ਮੈਨੂੰ ਪਤਾ ਜਿੱਦੇ ਕੁਛ ਹੋਣਾ ਉਹਦੇ ਮੈਂ ਵਿਹਲਾ ਕਰਾਉਂਗਾ। ਨਹੀਂ ਉਦੋਂ ਨਹੀਂ ਵਿਹਲਾ ਹੋਣਾ, 31 ਤਰੀਕ ਤੋਂ ਪਹਿਲਾਂ ਕੋਈ ਗੱਲ ਨਹੀਂ, ਮੈਂ ਇੱਥੇ ਆਪ ਹੱਥੀਂ ਕੰਮ ਕਰਾਉਣਾ ਹੈ। ਇੱਕ ਮਿੰਟ ਤੂੰ ਇਹ ਬੰਦ ਕਰ, ਇਹਨੂੰ ਬੰਦ ਕਰ। ਇਹ ਕਿਉਂ ਬੰਦ ਕਰ ਰਹੇ? ਬੰਦ ਕਰੋ। ਇਹ ਕਿਉਂ 31 ਤਰੀਕ ਤੱਕ ਖਾਲੀ ਕਰੋ ਇੱਥੇ। ਪਹਿਲਾਂ ਕੈਮਰਾ ਬੰਦ ਕਰ। ਭੱਜ ਕੇ ਕਿਉਂ ਜਾ ਰਹੇ ਹੋ? ਖੜੋ ਇੱਥੇ, ਭੱਜੇ ਕਿਉਂ ਜਾ ਰਹੇ ਹੋ? ਬੰਦ ਕਰ ਤੂੰ, ਮੈਂ ਨਹੀਂ ਕੈਮਰਾ ਬੰਦ ਕਰ ਦੇ। ਜਲਦੀ ਨਾਲ ਲੱਗ ਗਿਆ, ਕੱਢ ਲਈ ਬਸ ਸਾਹਿਬ, ਚੱਲ ਮੈਂ ਕਰਕੇ ਲੈ ਜਾ। ਉਹ ਮੇਰੇ ਨਾਲ ਜ਼ਬਰਦਸਤੀ ਕਰਨਾ ਹੈ ਤੁਸੀਂ।